ਹੈਲੋ ਐਂਡ ਸਤਿ ਸ੍ਰੀ ਅਕਾਲ ਜੀ ਸਭ ਨੂੰ। IPC ਦੇ YouTube ਚੈਨਲ ਉੱਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਵੈਲਕਮ ਟੂ IPC ਇੰਸਟੀਚਿਊਟ। ਆਈ ਹੋਪ ਕਿ ਤੁਸੀਂ ਸਾਰੇ ਹੀ ਤੰਦਰੁਸਤ ਹੋਵੋਗੇ, ਖੁਸ਼ ਹੋਵੋਗੇ ਤੇ ਆਪਣੀ ਲਾਈਫ ਨੂੰ ਇੰਜੋਏ ਕਰ ਰਹੇ ਹੋਵੋਗੇ। ਅਗਰ ਕਿਸੇ ਦੀ ਲਾਈਫ ਵਿੱਚ ਕੋਈ ਥੋੜੀ ਮੋਟੀ ਪ੍ਰੋਬਲਮ ਹੈ ਵੀ ਤਾਂ ਮਿੱਤਰੋ ਕੋਈ ਨੈਗੇਟਿਵ ਕਦਮ ਚੱਕਣ ਦੀ ਲੋੜ ਨਹੀਂ, ਹਮੇਸ਼ਾ ਪੋਜ਼ਿਟਿਵ ਰਹੋ, ਬਾਬਾ ਨਾਨਕ ਭਲੀ ਕਰੂਗਾ। ਅੱਜ ਦੇ ਇਸ ਲੈਕਚਰ ਦੇ ਵਿੱਚ ਅਸੀਂ ਕਵਰ ਕਰਨ ਲੱਗੇ ਹਾਂ ਆਪਣੇ ਇਤਿਹਾਸ ਨੂੰ ਅੱਗੇ। ਇਸ ਤੋਂ ਪਹਿਲਾਂ ਸਾਡੇ ਹਿਸਟਰੀ ਦੇ 14 ਲੈਕਚਰ ਆ ਚੁੱਕੇ ਨੇ। ਇਹ ਆਪਣਾ ਹਿਸਟਰੀ ਦਾ 15ਵਾਂ ਲੈਕਚਰ ਹੈ ਅਤੇ ਇਸ ਲੈਕਚਰ ਵਿੱਚ ਅਸੀਂ ਸਾਡੇ ਭਾਰਤ ਦੇ ਜੋ ਸਾਡਾ ਮੱਧ ਏਸ਼ੀਆ ਸੀ, ਸੈਂਟਰਲ ਏਸ਼ੀਆ ਸੀ, ਉਸ ਦੇ ਨਾਲ ਕੀ ਸੰਬੰਧ ਸੀ, ਕੀ ਕੰਟੈਕਟ ਸੀ, ਉਸ ਦੇ ਉੱਪਰ ਚਰਚਾ ਕਰਾਂਗੇ। ਦੇਖਾਂਗੇ ਕਿ ਮੌਰਿਆਂ ਤੋਂ ਬਾਅਦ, ਚੰਦਰਗੁਪਤ ਮੌਰਿਆ ਦੇ ਮੌਰਿਆ ਵੰਸ਼ ਤੋਂ ਬਾਅਦ ਕਿਹੜੇ ਵੰਸ਼ ਆਏ ਨੇ ਭਾਰਤ ਉੱਪਰ, ਕਿਹਨਾਂ ਨੇ ਭਾਰਤ ਦੇ ਉੱਪਰ ਰਾਜ ਕੀਤਾ ਅਤੇ ਕਿਵੇਂ ਕਿਹੜਾ ਮਹੱਤਵਪੂਰਨ ਰਾਜ ਆ ਉਹਨਾਂ ਟਾਈਮਾਂ ਵਿੱਚ ਹੋਇਆ। ਆਪਣੇ ਪੇਪਰ ਦੇ ਪੁਆਇੰਟ ਆਫ ਵਿਊ ਨਾਲ ਜੋ ਕੁਝ ਹੋਏਗਾ ਉਹ ਸਾਰਾ ਹੀ ਇਸ ਵਿੱਚ ਕਵਰ ਕਰਾਂਗੇ। ਲੈਕਚਰ ਸਟਾਰਟ ਕਰਨ ਤੋਂ ਪਹਿਲਾਂ ਆਈ ਇੰਟਰੋਡਿਊਸ ਮਾਈ ਸੈਲਫ। ਮਾਈ ਨੇਮ ਇਜ਼ ਬਲਰਾਜ ਸੋਮਲ ਐਂਡ ਆਈ ਐਮ ਦਾ ਓਨਰ ਆਫ IPC ਇੰਸਟੀਚਿਊਟ। ਤੁਸੀਂ ਇਸ ਲੈਕਚਰ ਰਿਗਾਰਡਿੰਗ, ਇਸ ਬੈਚ ਰਿਗਾਰਡਿੰਗ ਕੋਈ ਵੀ ਇਨਫੋਰਮੇਸ਼ਨ ਕੁਐਰੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਤਿੰਨੇ ਦਿੱਤੇ ਗਏ ਨੰਬਰ ਦੇ ਉੱਤੇ ਕਿਸੇ ਵੀ ਨੰਬਰ ਉੱਤੇ ਕਾਲ ਜਾਂ ਮੈਸੇਜ ਕਰਕੇ ਆਪਦੀ ਕੁਐਰੀ ਲੈ ਸਕਦੇ ਹੋ। ਲੈਕਚਰ ਸਟਾਰਟ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਰਿਕੁਐਸਟ ਹੈ, ਅਗਰ ਤੁਸੀਂ ਸਾਡਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਪਹਿਲਾਂ ਨੂੰ ਸਬਸਕ੍ਰਾਈਬ ਕਰੋ। ਕੋਈ ਜ਼ਿਆਦਾ ਕੰਮ ਨਹੀਂ ਹੈ ਸਬਸਕ੍ਰਾਈਬ ਕਰਨਾ। ਨੀਚੇ ਤੁਹਾਨੂੰ ਸਬਸਕ੍ਰਾਈਬ ਬਟਨ ਦਿਖ ਰਿਹਾ ਹੋਏਗਾ, ਉਸ 'ਤੇ ਕਲਿੱਕ ਕਰੋ। ਨਾਲ ਹੀ ਤੁਹਾਨੂੰ ਇੱਕ ਘੰਟੇ ਦਾ ਆਈਕਨ ਦਿਖ ਰਿਹਾ ਹੋਏਗਾ, ਇੱਕ ਬੈਲ ਆਈਕਨ ਦਿਖ ਰਿਹਾ ਹੋਏਗਾ, ਉਸ ਨੂੰ ਕਲਿੱਕ ਕਰ ਦਿਓ ਤਾਂ ਕਿ ਇਨ ਫਿਊਚਰ ਜੋ ਵੀ ਸਾਡੇ ਨਵੇਂ ਲੈਕਚਰ ਆਉਣਗੇ ਉਹ ਤੁਹਾਨੂੰ ਆਪਣੇ ਆਪ ਹੀ ਨੋਟੀਫਿਕੇਸ਼ਨ ਤੁਹਾਡੇ ਮੋਬਾਈਲ ਦੇ ਉੱਪਰ ਆ ਜਾਏਗੀ। YouTube ਤੋਂ ਇਲਾਵਾ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ Facebook, Instagram, Telegram ਐਂਡ WhatsApp ਦੇ ਉੱਪਰ। ਇਹਨਾਂ ਚਾਰਾਂ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਿੱਤਾ ਜਾਵੇਗਾ। ਤੁਸੀਂ ਉਸ ਲਿੰਕ ਦੇ ਥਰੂ ਸਾਨੂੰ ਇਹਨਾਂ ਚਾਰਾਂ ਜੋ ਵੀ ਸਾਡੇ ਸੋਸ਼ਲ ਮੀਡੀਆ ਪਲੇਟਫਾਰਮ ਨੇ ਉਹਨਾਂ ਉੱਪਰ ਫੋਲੋ ਕਰ ਸਕਦੇ ਹੋ। Instagram ਉੱਤੇ ਸਾਨੂੰ ਫੋਲੋ ਕਰਨਾ ਨਾ ਭੁੱਲਿਓ, ਕਿਉਂਕਿ ਅਗਰ ਇੰਸਟਾ 'ਤੇ ਸਾਡੇ ਰਿਜ਼ਲਟ, ਸਾਡੇ ਕਰੰਟ ਅਫੇਅਰ, ਕੋਈ ਵੀ ਨਵੀਂ ਅਪਡੇਟ ਉਹ ਸਾਰੀ ਅਸੀਂ Instagram ਉੱਤੇ ਹੀ ਮੇਨਲੀ ਪਾਉਣੇ ਹਾਂ। Instagram ਉੱਪਰ ਆਪਣਾ ਚੈਨਲ ਹੈ IPC ਇੰਸਟੀਚਿਊਟ ਦੇ ਨਾਮ 'ਤੇ। ਤਾਂ ਜੀ ਸਟਾਰਟ ਕਰਦੇ ਹਾਂ ਆਪਾਂ ਅੱਜ ਦਾ ਲੈਕਚਰ। ਆਪਣੇ ਲੈਕਚਰ ਵਿੱਚ ਪਹਿਲਾਂ ਆਪਾਂ ਦੇਖਦੇ ਹਾਂ ਕਿ ਜੋ ਸਾਡੇ ਭਾਰਤ ਦੇ ਕੇਂਦਰੀ ਏਸ਼ੀਆ ਦੇ ਨਾਲ ਕਿਹੋ ਜਿਹੇ ਸੰਪਰਕ ਸੀ। ਮੌਰਿਆਸ ਤੋਂ ਬਾਅਦ ਕਿਹੜੇ ਨਵੇਂ ਵੰਸ਼ ਆਏ ਜਿਨ੍ਹਾਂ ਨੇ ਸਾਡੇ ਭਾਰਤ ਉੱਪਰ ਰਾਜ ਕੀਤਾ। ਤਾਂ ਕੀ ਕਹਿੰਦਾ, ਇਨ ਈਸਟਰਨ ਇੰਡੀਆ, ਪੂਰਬੀ ਭਾਰਤ ਵਿੱਚ, ਸੈਂਟਰਲ ਇੰਡੀਆ ਐਂਡ ਦਾ ਡੈਕਨ, ਪੂਰਬੀ ਭਾਰਤ, ਮੱਧ ਭਾਰਤ ਅਤੇ ਦੱਖਣ ਵਿੱਚ, ਦਾ ਮੌਰਿਆਜ਼ ਵਰ ਸਸੀਡਡ ਬਾਏ ਅ ਨੰਬਰ ਆਫ ਨੇਟਿਵ ਰੂਲਰਸ। ਮੌਰਿਆ ਤੋਂ ਬਾਅਦ ਕਈ ਮੂਲ ਸ਼ਾਸਕਾਂ ਜਿਵੇਂ ਕਿ ਸੁੰਗਾ, ਕਾਨਵਾਸ, ਸਤਵਾਨਾ, ਇਹਨਾਂ ਨੇ ਕੀ ਕੀਤਾ, ਰਾਜ ਕੀਤਾ। ਤਾਂ ਮੌਰਿਆ ਵੰਸ਼ ਤੋਂ ਬਾਅਦ ਇੰਡੀਆ ਨੂੰ ਕਈ ਪਾਰਟਸ ਵਿੱਚ ਵੰਡ ਲਿਆ ਗਿਆ, ਜਿਵੇਂ ਈਸਟਰਨ ਇੰਡੀਆ ਹੋ ਗਿਆ, ਸੈਂਟਰਲ ਇੰਡੀਆ ਹੋ ਗਿਆ, ਸਾਊਥ ਇੰਡੀਆ ਹੋ ਗਿਆ। ਇਹਨਾਂ ਵਿੱਚ ਅਲੱਗ-ਅਲੱਗ ਰਾਜੇ ਰਹੇ, ਅਲੱਗ-ਅਲੱਗ ਵੰਸ਼ ਰਹੇ, ਜਿਵੇਂ ਕਿ ਸੁੰਗਾਜ਼, ਕਾਨਵਾਜ਼, ਸਤਵਾਨਾਜ਼। ਇਹਨਾਂ ਨੇ ਸਭ ਨੇ ਕੀ ਕੀਤਾ, ਮੌਰਿਆਸ ਤੋਂ ਬਾਅਦ ਰਾਜ ਕੀਤਾ। ਇਹ ਤਾਂ ਸਾਰੇ ਕੀ ਸੀਗੇ, ਇਹ ਤਾਂ ਸਾਰੇ ਸੀਗੇ ਸਾਡੇ ਨੇਟਿਵ ਰੂਲਰਸ, ਮਤਲਬ ਜੋ ਭਾਰਤ ਵਿੱਚ ਨਾਲ ਹੀ ਸੰਬੰਧਿਤ ਸੀ, ਭਾਰਤ ਦੇ ਵਿੱਚ ਹੀ ਜੰਮੇ ਪਲੇ ਸੀ। ਪਰ ਇਹਨਾਂ ਤੋਂ ਇਲਾਵਾ ਵੀ ਸਾਡੇ ਭਾਰਤ ਉੱਪਰ ਐਸੇ ਰਾਜਿਆਂ, ਐਸੇ ਵੰਸ਼ਾਂ ਨੇ ਰਾਜ ਵੀ ਕੀਤਾ ਜੋ ਵੈਸੇ ਭਾਰਤੀ ਨਹੀਂ ਸੀ ਪਰ ਬਾਹਰੋਂ ਭਾਰਤ ਵਿੱਚ ਇਹ ਆਏ ਸੀ। ਤਾਂ ਉੱਤਰ ਪੱਛਮੀ ਭਾਰਤ ਵਿੱਚ, ਨਾਰਥ ਵੈਸਟ ਇੰਡੀਆ ਦੇ ਵਿੱਚ ਮੌਰਿਆਸ ਤੋਂ ਬਾਅਦ ਬਹੁਤ ਸਾਰੀਆਂ ਡਾਇਨੈਸਟੀਜ਼, ਬਹੁਤ ਸਾਰੇ ਵੰਸ਼ਾਂ ਨੇ ਰਾਜ ਕੀਤਾ। ਉਹਨਾਂ ਵਿੱਚੋਂ ਸੀਗੇ ਜਿਵੇਂ ਇੰਡੋ ਗ੍ਰੀਕਸ, ਸਾਕਾਜ਼, ਪਾਰਥੀਆਨਜ਼ ਅਤੇ ਕੁਸ਼ਾਨ। ਇਹਨਾਂ ਰਾਜਿਆਂ ਨੇ ਰਾਜ ਕੀਤਾ। ਇਹ ਮੇਨਲੀ ਸਾਰੇ ਹੀ ਰਾਜੇ ਮੱਧ ਏਸ਼ੀਆ ਤੋਂ ਉੱਠ ਕੇ ਭਾਰਤ ਆਏ ਸੀ। ਤਾਂ ਮੇਨਲੀ ਆਪਾਂ ਨੇ ਅੱਜ ਦੇ ਇਸ ਲੈਕਚਰ ਦੇ ਵਿੱਚ ਇਹਨਾਂ ਵੰਸ਼ਾਂ ਦੇ ਬਾਰੇ ਪੜ੍ਹਨਾ ਹੈ, ਇੰਡੋ ਗ੍ਰੀਕਸ ਦੇ ਬਾਰੇ, ਸਾਕਾਜ਼ ਬਾਰੇ, ਪਾਰਥੀਆਨਜ਼ ਬਾਰੇ ਅਤੇ ਕੁਸ਼ਾਨਜ਼ ਬਾਰੇ। ਤਾਂ ਉੱਤਰ ਪੱਛਮੀ ਭਾਰਤ ਵਿੱਚ ਮੱਧ ਏਸ਼ੀਆ ਤੋਂ ਰਾਜ ਕਰਨ ਵਾਲੇ ਰਾਜਵੰਸ਼ਾਂ ਜਿਵੇਂ ਕਿ ਇੰਡੋ ਯੂਨਾਨੀ, ਸਾਕਾ, ਪਾਰਥੀਅਨ ਅਤੇ ਕੁਸ਼ਾਨ, ਇਹਨਾਂ ਸਭ ਨੇ ਕੀ ਕੀਤਾ, ਰਾਜ ਕੀਤਾ। ਇਹ ਦੇਖੋ ਇੱਕ ਤਰੀਕੇ ਦਾ ਮੈਪ ਸੀਗਾ ਜੀ, ਜੋ ਇੰਡੋ ਗ੍ਰੀਕ ਕਿੰਗਡਮ ਦੇ ਟਾਈਮ ਸੀਗਾ। ਠੀਕ ਹੈ ਜੀ, ਇਸ ਤਰੀਕੇ ਉਸ ਟਾਈਮ ਦੇ ਵਿੱਚ ਇਸ ਤਰੀਕੇ ਨਾਲ ਆਪਣਾ ਭਾਰਤ ਪੂਰਾ ਵੰਡਿਆ ਹੋਇਆ ਸੀਗਾ। ਤਾਂ ਸਭ ਤੋਂ ਫਸਟ ਹੈ ਜੀ ਇੰਡੋ ਗ੍ਰੀਕਸ, ਇੰਡੋ ਯੂਨਾਨੀ।
कहता कि 200 BC ਦੇ ਲਗਭਗ 200 ਈਸਾ ਪੂਰਵ ਦੇ ਆਸ-ਪਾਸ ਭਾਰਤ ਉੱਪਰ ਬਹੁਤ ਸਾਰੇ ਹਮਲੇ ਹੋਏ। ਨੰਬਰ ਆਫ ਇਨਵੇਜ਼ਨਸ ਹੋਈਆਂ ਭਾਰਤ ਉੱਪਰ। ਉਹਦੇ ਪਿੱਛੇ ਕਾਰਨ ਕਈ ਹੋ ਸਕਦੇ ਨੇ, ਭਾਰਤ ਨੂੰ ਲੁੱਟਣ ਦੀ ਨੀਤ ਨਾਲ, ਭਾਰਤ ਉੱਪਰ ਰਾਜ ਕਰਨ ਦੀ ਨੀਤ ਨਾਲ, ਠੀਕ ਹੈ ਜੀ, ਭਾਰਤ ਨੂੰ ਆਪਣੇ ਏਰੀਏ ਵਿੱਚ ਮਿਲਾਉਣ ਦੀ ਨੀਤ ਨਾਲ ਬਹੁਤ ਸਾਰੇ ਰਾਜਿਆਂ ਨੇ ਭਾਰਤ ਉੱਪਰ ਹਮਲਾ ਕੀਤਾ। ਅਤੇ ਉਹਨਾਂ ਵਿੱਚ ਜੋ ਸਭ ਤੋਂ ਪਹਿਲਾਂ ਦਾ ਫਸਟ ਟੂ ਇਨਵੇਡ ਇੰਡੀਆ ਵਰ, ਭਾਰਤ 'ਤੇ ਹਮਲਾ ਕਰਨ ਵਾਲੇ ਸਭ ਤੋਂ ਪਹਿਲੇ ਕੌਣ ਸੀ? ਇੰਡੋ ਗ੍ਰੀਕਸ। ਇਹ ਆਪਾਂ ਕਦੋਂ ਦੀ ਗੱਲ ਕਰ ਰਹੇ ਹਾਂ? ਆਪਾਂ ਇਸ ਤੋਂ ਬਾਅਦ ਦੀ ਗੱਲ ਕਰ ਰਹੇ ਹਾਂ, ਮੌਰਿਆ ਤੋਂ ਬਾਅਦ ਦੀ ਗੱਲ ਕਰ ਰਹੇ ਹਾਂ। ਵੈਸੇ ਭਾਰਤ ਉੱਪਰ ਸਭ ਤੋਂ ਪਹਿਲਾਂ ਹਮਲਾ ਕਿਹਨਾਂ ਨੇ ਕੀਤਾ? ਉਹ ਕੌਣ ਸੀਗੇ? ਪਰਸ਼ੀਅਨਜ਼ ਸੀਗੇ, ਫਾਰਸੀ ਸੀਗੇ। ਫਾਰਸੀਆਂ ਨੇ ਭਾਰਤ ਉੱਪਰ ਸਭ ਤੋਂ ਪਹਿਲਾਂ ਹਮਲਾ ਕੀਤਾ ਸੀ। ਤਾਂ ਭਾਰਤ ਉੱਪਰ ਸਭ ਤੋਂ ਪਹਿਲਾਂ ਹਮਲਾ ਕਰਨ ਵਾਲੇ ਫਾਰਸੀ ਸੀਗੇ। ਮੌਰਿਆਸ ਤੋਂ ਬਾਅਦ ਜੋ ਸਭ ਤੋਂ ਪਹਿਲਾਂ ਹਮਲਾ ਕੀਤਾ ਉਹ ਕਿਹਨਾਂ ਨੇ ਕੀਤਾ? ਇੰਡੋ ਗ੍ਰੀਕਸ ਨੇ ਕੀਤਾ। ਇਹਨਾਂ ਨੂੰ ਬੈਕਟੀਰੀਅਨ ਕਿੰਗ ਵੀ ਕਿਹਾ ਜਾਂਦਾ ਹੈ, ਕਿਉਂਕਿ ਇਹ ਗ੍ਰੀਕ ਦੇ ਵਿੱਚ ਇੱਕ ਜਗ੍ਹਾ ਸੀ ਬੈਕਟੀਰੀਆ, ਉੱਥੋਂ ਦੇ ਕੀ ਸੀਗੇ? ਰਾਜੇ ਸੀਗੇ, ਉੱਥੋਂ ਦੇ ਸ਼ਾਸਕ ਸੀ। ਇਸ ਕਰਕੇ ਇਹਨਾਂ ਨੂੰ ਬੈਕਟੀਰੀਅਨ ਕਿੰਗ ਜਾਂ ਇੰਡੋ ਗ੍ਰੀਕ ਵੀ ਕਿਹਾ ਜਾਂਦਾ ਹੈ। ਇਟ ਇਜ਼ ਸੈਡ ਡੈਟ ਦੇ ਪੁਸ਼ਡ ਫੋਰਵਰਡ ਐਜ਼ ਫਾਰ ਐਜ਼ ਅਯੋਧਿਆ ਐਂਡ ਪਾਟਲੀਪੁੱਤਰ। ਇਹ ਕਿਹਾ ਜਾਂਦਾ ਕਿ ਉਹ ਅਯੋਧਿਆ ਅਤੇ ਪਾਟਲੀਪੁੱਤਰ ਤੱਕ ਅੱਗੇ ਵੱਧ ਗਏ ਸੀ। ਇਹਨਾਂ ਦਾ ਏਰੀਆ ਇੱਧਰੋਂ ਉੱਤਰ ਪੱਛਮੀ ਭਾਰਤ ਤੋਂ ਲੈ ਕੇ ਅਯੋਧਿਆ ਪਾਟਲੀਪੁੱਤਰ ਤੱਕ ਸੀਗਾ। ਅੱਜ ਦਾ ਪਾਕਿਸਤਾਨ ਵਾਲਾ ਏਰੀਆ, ਉੱਥੋਂ ਲੈ ਕੇ ਅੱਜ ਦੇ ਯੂਪੀ ਵਾਲੇ ਏਰੀਏ ਤੱਕ ਇੰਡੋ ਗ੍ਰੀਕਸ ਨੇ ਕੀ ਕਰ ਲਿਆ ਸੀਗਾ? ਰਾਜ ਕਰ ਲਿਆ ਸੀ। ਠੀਕ ਹੈ ਜੀ। ਤਾਂ 200 BC ਦੇ ਲਗਭਗ 200 ਈਸਾ ਪੂਰਵ ਦੇ ਲਗਭਗ ਬਹੁਤ ਸਾਰੇ ਹਮਲੇ ਹੋਏ, ਜਿਨ੍ਹਾਂ ਵਿੱਚੋਂ ਸਭ ਤੋਂ ਪਹਿਲਾ ਹਮਲਾ ਇੰਡੋ ਗ੍ਰੀਕਸ ਦਾ ਸੀ, ਜਿਨ੍ਹਾਂ ਨੂੰ ਬੈਕਟੀਰੀਅਨ ਕਿੰਗ ਵੀ ਕਹਿੰਦੇ ਨੇ, ਕਿਉਂਕਿ ਇਹ ਗ੍ਰੀਕ ਦੇ ਬੈਕਟੀਰੀਆ ਨਾਮ ਦੇ ਸ਼ਹਿਰ ਜਾਂ ਉੱਥੋਂ ਦੀ ਜਗ੍ਹਾ ਤੋਂ ਆਏ ਸੀਗੇ। ਅਤੇ ਇਹਨਾਂ ਦਾ ਏਰੀਆ ਮੇਨਲੀ ਅਯੋਧਿਆ, ਪਾਟਲੀਪੁੱਤਰ ਅੱਜ ਦਾ ਪਟਨਾ ਹੈ। ਅੱਜ ਦੇ ਪਟਨਾ ਵਾਲੇ ਏਰੀਏ ਤੱਕ ਇਹਨਾਂ ਦਾ ਕੀ ਹੋ ਗਿਆ ਸੀਗਾ ਜੀ? ਰਾਜ ਹੋ ਗਿਆ ਸੀਗਾ। ਕਲੀਅਰ। ਨੈਕਸਟ, ਇਹਨਾਂ ਜੋ ਸਭ ਤੋਂ ਪਹਿਲਾ ਕਿੰਗ ਸੀ, ਦਾ ਫਸਟ ਕਿੰਗ ਕੌਣ ਸੀ ਇਹਨਾਂ ਦਾ? ਡਿਮੈਟਰੀਅਸ I। ਉਹਨਾਂ ਦਾ ਪਹਿਲਾ ਰਾਜਾ ਡਿਮੈਟਰੀਅਸ ਪਹਿਲਾ ਸੀ। ਮੋਸਟ ਫੇਮਸ ਇੰਡੋ ਗ੍ਰੀਕ ਰੂਲਰ। ਇਹਦੇ ਉੱਤੇ ਬੱਚਿਓ ਸਟਾਰ ਮਾਰਕ ਕਰ ਲਿਓ, ਕਿਉਂਕਿ ਇਹਦੇ ਉੱਪਰ ਬਹੁਤ ਕੁਐਸਚਨ ਆਉਂਦੇ ਨੇ। ਇਹ ਕੁਐਸਚਨ, ਇਸ ਦੇ ਉੱਪਰ ਕੁਐਸਚਨ ਆਇਆ ਹੋਇਆ ਜੀ ਸਾਡੇ 2018 ਦੇ ਇਲੈਕਸ਼ਨ ਕਨਗੋ ਦੇ ਪੇਪਰ ਦੇ ਵਿੱਚ। ਕੁਐਸਚਨ ਆਇਆ ਸੀਗਾ, ਇਸ ਦੇ ਉੱਪਰ ਪੁੱਛਿਆ ਗਿਆ ਸੀ ਕਿ ਮਨੈਂਡਰ ਜੋ ਇੰਡੋ ਗ੍ਰੀਕ ਰਾਜਾ ਸੀ, ਮਨੈਂਡਰ, ਉਸਦੀ ਰਾਜਧਾਨੀ ਕਿਹੜੀ ਸੀ? ਤਾਂ ਉਸਦੀ ਰਾਜਧਾਨੀ ਸੀਗੀ ਸਿਆਲਕੋਟ। ਇਹ ਕੁਐਸਚਨ ਆਇਆ ਹੋਇਆ, ਤੁਸੀਂ ਚੈੱਕ ਕਰ ਸਕਦੇ ਹੋ। ਤਾਂ ਮੋਸਟ ਫੇਮਸ ਰਾਜਾ ਸੀਗਾ ਇੰਡੋ ਗ੍ਰੀਕਸ ਦਾ ਮਨੈਂਡਰ, ਜਿਸ ਨੂੰ ਮਿਲਿੰਡਾ ਦੇ ਨਾਮ ਨਾਲ ਵੀ ਜਾਣਿਆ ਜਾਂਦਾ। ਉਸਦੀ ਕੈਪੀਟਲ ਸੀ ਸਕਾਲਾ, ਜੋ ਕਿ ਅੱਜ ਦੇ ਟਾਈਮ ਦੇ ਵਿੱਚ ਸਿਆਲਕੋਟ, ਪੱਛਮੀ ਪੰਜਾਬ, ਵੈਸਟ ਪੰਜਾਬ ਦੇ ਵਿੱਚ ਹੈ ਜੀ ਸਿਆਲਕੋਟ, ਜੋ ਕਿ ਸਾਡਾ ਲਹਿੰਦਾ ਪੰਜਾਬ ਹੈ। ਸਾਡਾ ਪਾਕਿਸਤਾਨ ਵਾਲੇ ਏਰੀਏ ਵਿੱਚ ਜਿਹੜਾ ਪੰਜਾਬ ਹੈ, ਉਸ ਪੰਜਾਬ ਦੇ ਵਿੱਚ ਸ਼ਹਿਰ ਹੈ ਜੀ ਸਿਆਲਕੋਟ। ਉਹ ਉਸ ਟਾਈਮ ਦੇ ਵਿੱਚ ਸਕਾਲਾ ਦੇ ਨਾਮ ਨਾਲ ਜਾਣਿਆ ਜਾਂਦਾ ਸੀ, ਅਤੇ ਇਹ ਮਨੈਂਡਰ ਦੀ ਰਾਜਧਾਨੀ ਹੋਈ ਹੈ। ਮਨੈਂਡਰ ਨੇ ਬਾਅਦ ਵਿੱਚ ਬੁੱਧ ਧਰਮ ਅਪਣਾ ਲਿਆ ਸੀ। ਪੁੱਛਿਆ ਜਾਂਦਾ ਕਿ ਮਨੈਂਡਰ ਨੇ ਬੁੱਧ ਧਰਮ ਕਿਹਦੇ ਕਹਿਣ 'ਤੇ ਕਨਵਰਟ ਹੋਇਆ ਸੀਗਾ, ਮੰਨਿਆ ਸੀਗਾ? ਤਾਂ ਨਾਗਸੇਨਾ। ਇਹ ਬੁੱਧਿਸਟ ਮੌਂਕ ਸੀ, ਠੀਕ ਹੈ ਜੀ, ਬੁੱਧ ਧਰਮ ਦਾ ਅਨੁਆਈ ਸੀ, ਜਿਸ ਨੇ ਮਨੈਂਡਰ ਨੂੰ ਬੁੱਧ ਧਰਮ ਅਪਣਾਇਆ ਸੀਗਾ, ਬੁੱਧ ਧਰਮ ਦੇ ਵਿੱਚ ਇਹਨੂੰ ਤਬਦੀਲ ਕੀਤਾ ਸੀਗਾ। ਕਲੀਅਰ। ਤਾਂ ਪੰਜਾਬੀ ਵਾਲੇ ਇੱਕ ਵਾਰ ਦੇਖ ਲਓ ਜੀ। ਇੰਡੋ ਗ੍ਰੀਸ ਦਾ ਪਹਿਲਾ ਰਾਜਾ ਡਿਮੈਟਰੀਅਸ ਪਹਿਲਾ ਸੀ। ਸਭ ਤੋਂ ਮਸ਼ਹੂਰ ਭਾਰਤ ਯੂਨਾਨੀ ਸ਼ਾਸਕ ਮਨੈਂਡਰ ਸੀ, ਜਿਸ ਨੂੰ ਮਿਲਿੰਡਾ ਦੇ ਨਾਮ ਵਜੋਂ ਵੀ ਜਾਣਿਆ ਜਾਂਦਾ ਸੀ। ਪੰਜਾਬ ਵਿੱਚ ਸਕਾਲਾ, ਜੋ ਕਿ ਅੱਜ ਦਾ ਸਿਆਲਕੋਟ ਹੈ, ਉਹ ਉਸ ਦੀ ਰਾਜਧਾਨੀ ਸੀ। ਮਨੈਂਡਰ ਨੂੰ ਨਾਗਸੇਨ ਦੁਆਰਾ ਬੁੱਧ ਧਰਮ ਵਿੱਚ ਤਬਦੀਲ ਕੀਤਾ ਗਿਆ ਸੀ। ਠੀਕ ਹੈ ਜੀ। ਮਨੈਂਡਰ ਨੇ ਬਾਅਦ ਵਿੱਚ ਬੁੱਧ ਧਰਮ ਅਪਣਾ ਲਿਆ ਸੀ, ਕਿਹਦੇ ਕਹਿਣ 'ਤੇ? ਨਾਗਸੇਨਾ ਦੇ ਕਹਿਣ 'ਤੇ। ਇਹ ਦੋਨੋਂ ਹੀ ਪੁਆਇੰਟਸ ਪੇਪਰ ਦੇ ਪੁਆਇੰਟ ਆਫ ਵਿਊ ਨਾਲ ਬਹੁਤ ਜ਼ਿਆਦਾ ਇੰਪੋਰਟੈਂਟ ਨੇ। ਹੁਣ ਦੇਖੋ ਜੀ, ਕੁਛ ਮਹੱਤਵਪੂਰਨ ਕੰਮ ਜੋ ਕਿ ਇੰਡੋ ਗ੍ਰੀਕਸ ਨੇ ਕੀਤੇ। ਸਭ ਤੋਂ ਪਹਿਲਾ ਕੰਮ, ਡੈਟ ਇਜ਼ ਮੋਸਟ ਇੰਪੋਰਟੈਂਟ, ਪੁੱਛਿਆ ਜਾਵੇ ਭਾਰਤ ਵਿੱਚ ਸਭ ਤੋਂ ਪਹਿਲਾਂ ਸੋਨੇ ਦੇ ਸਿੱਕੇ ਕਿਹਨਾਂ ਵੱਲੋਂ ਚਲਾਏ ਗਏ? ਫਸਟ ਟੂ ਇਸ਼ੂ ਗੋਲਡ ਕੋਇਨਸ ਇਨ ਇੰਡੀਆ। ਭਾਰਤ ਵਿੱਚ ਸੋਨੇ ਦੇ ਸਿੱਕੇ ਜਾਰੀ ਕਰਨ ਵਾਲੇ ਸਭ ਤੋਂ ਪਹਿਲੇ ਕੌਣ ਸਨ? ਗ੍ਰੀਕ ਸਨ। ਭਾਰਤ ਵਿੱਚ ਸਭ ਤੋਂ ਪਹਿਲੀ ਵਾਰ ਮਿਲਟਰੀ ਗਵਰਨਰਸ਼ਿਪ, ਠੀਕ ਹੈ ਜੀ, ਮਿਲਟਰੀ ਗਵਰਨਰਸ਼ਿਪ ਦੀ ਸ਼ੁਰੂਆਤ ਵੀ ਇੰਡੋ ਗ੍ਰੀਕਸ ਨੇ ਕੀਤੀ ਸੀ। ਅਤੇ ਇਹਨਾਂ ਦੇ ਜੋ ਮਿਲਟਰੀ ਦੇ ਗਵਰਨਰ ਸੀ, ਉਹਨਾਂ ਨੂੰ ਸਟ੍ਰੈਟੇਗੋਸ ਕਿਹਾ ਜਾਂਦਾ ਸੀ। ਸਟ੍ਰੈਟੇਗੋਸ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਜੀ, ਜੋ ਵੀ ਇਹਨਾਂ ਦੇ ਮਿਲਟਰੀ ਗਵਰਨਰ ਸੀ। ਤਾਂ ਭਾਰਤ ਵਿੱਚ ਸਭ ਤੋਂ ਪਹਿਲਾਂ ਸੋਨੇ ਦੇ ਸਿੱਕੇ ਚਲਾਉਣ ਵਾਲੇ ਇੰਡੋ ਗ੍ਰੀਕਸ, ਅਤੇ ਭਾਰਤ ਵਿੱਚ ਸਭ ਤੋਂ ਪਹਿਲਾਂ ਮਿਲਟਰੀ ਗਵਰਨਰਸ਼ਿਪ ਸਟਾਰਟ ਕਰਨ ਵਾਲੇ ਵੀ ਇੰਡੋ
ग्रीक्स। आई होप समझ आया होएगा। नैक्सट देखो, ग्रीक्स ही वो फस्ट परसन सीगे, फस्ट वंश सीगा जिसने इंट्रोड्यूस किया भारत विच एक कला नूं जिसनूं कहंदे ने हैलेनिस्टिक आर्ट। हैलेनिस्टिक आर्ट नूं भारत विच लैके आउण वाले कौन सन? ग्रीक्स ही सन। तो इस हैलेनिस्टिक आर्ट की सब तो बैस्ट एग्जाम्पल है जी गंधार आर्ट, गंधार कला। पुछा जाए पंजाब विच जां भारत विच गंधार आर्ट का सब तो बैस्ट नमूना कित्थे देखण नूं मिलदा है? तो याद रखना चंडीगढ़ दे विच। चंडीगढ़ दे विच गंधार आर्ट का सब तो बैस्ट नमूना देखण नूं मिलदा है जी। तो चंडीगढ़ दे विच है ये पेपर दे विच अपने क्वेश्चन आया पंजाब दे पेपरां दे विच। तो गंधार आर्ट नूं भी इंडिया लैके आउण वाले मेनली नॉर्थ वैसट फ्रंटीयर जो कि अज दा अपना पाकिस्तान अफगानिस्तान के नेड़े का एरिया, इस एरिए विच हैलेनिस्टिक आर्ट पहली बार इंट्रोड्यूस की गई, पहली बार पेश की गई ग्रीक राजियां वालों, ठीक है जी, ग्रीक शासकों वालों। तो इसकी सब तो बैस्ट एग्जाम्पल है गंधार आर्ट। गंधार आर्ट नूं इंडिया लैके कौन आए सी? इंडो ग्रीक आए सी। ते गंधार आर्ट की बैस्ट एग्जाम्पल है जी चंडीगढ़ दे विच। ग्रीक जो सी वो भारत तो बहुत ज़्यादा मात्रा दे विच पैपर, ठीक है जी, जो साडी मिर्च हुंदी है, इसनूं की करदे सी अपने देश लैके जांदे सीगे, दरामद करदे सी। इस करके ही डैट्स वाई पैपर वाज नेम्ड एज जावाना प्रिया, ठीक है। इस करके ही मिर्च नूं जवन प्रिया के नाम नाल जाणिया जांदा सी। यूनानी मिर्च नूं जवन प्रिया कह के बुलाउंदे सन। तो यूनानी भारत तो किस फसल जां किस वस्तु का सब तो ज़्यादा इंपोर्ट करते सी, दरामद करते सी? तो वह किहड़ी सी जी? पैपर, मिर्च की करते सी। ग्रीक ही सन जो इंडिया विच टोपियां, हैलमट, लॉन्ग बूट सारा कुछ लैके आए। क्योंकि जिहड़ा अज भी आपां हैलमट पहनते हैं, रेनकोट पहनते हैं, हाई नैक बूट पहनते हैं, कैप्स वगैरह पाने हैं, ये सब कुछ इंडिया लैके आने कौन लैके आए सीगे? इंडो ग्रीक्स लैके आए सी। अलैगजैंडर सिकंदर तो बाद, ठीक है, ये सब कुछ शुरू होया क्योंकि सिकंदर तो बाद ग्रीक्स नूं जां होर दुनिया नूं इंडिया आउण दा राह पता लग गया सी कि इस तरह रस्ते तो असीं इंडिया जा सकते हैं। तो याद करना बच्चे, ये याद रखना जी, इंडिया दे विच हैलमट, बूट्स, रेनकोट, सोने के सिक्के, कैप, ये सब कुछ कौन लैके आया? ये सब कुछ इंडो ग्रीक लैके आए। इंडो ग्रीक्स तो बाद जो अगला वंश आया वो सी द साकाज। साका आए सीगे जी, जिन्होंने स्काइथियंस के नाम नाल भी जाना जाता। ये लगभग 90 BC, 90 ईसा पूर्व दे विच आए सीगे। द ग्रीक्स वर फॉलोड बाय द साकाज। यूनानिया तो बाद साका द्वारा भारत उपर राज किया गया। भारत उपर भी नहीं, मेनली नॉर्थ वैसट पंजाब कन्नी, ठीक है जी, जां नॉर्थ वैसट भारत कन्नी किन्ना ने राज किया? साकाज ने किया। हु कंट्रोल लार्ज पार्ट ऑफ इंडिया दैन द ग्रीक डिड, ठीक है। यूनानिया नालों ज़्यादा एरिए उत्ते नियंत्रण किया सीगा साकाज ने। साकाज दियाँ अपने अज भारत ते अफगानिस्तान वाले एरिए विच लगभग 5 की सीगियां जी शाखावां सी, 5 ब्रांचिस सी। उज्जैन का राजा नाम सी विक्रम आदित्य। इसने साकाज नूं हराया सी, डिफीट किया सी। ते साकाज नूं हराउण तो बाद इसने एक युग की शुरुआत की जिसनूं कहंदे ने विक्रम संवत। तो विक्रम संवत के उपर स्टार मार्क करियो, तेनों याद रखियो कि विक्रम संवत ही स्टेट कैलेंडर है किसदा? स्टेट कैलेंडर ऑफ पंजाब। पंजाब का स्टेट कैलेंडर है जी विक्रम संवत। तो पंजाब का स्टेट कैलेंडर है, राज कैलेंडर है जी, ठीक है, राज कैलेंडर है किसदा? पंजाब का। पंजाब का राज कैलेंडर है जी विक्रम संवत। तो विक्रम संवत की शुरुआत हुई सी 57 BC दे विच, जदों विक्रम आदित्य ने साकाज नूं हराया सी। तो साकाज नूं हराउण तो बाद विक्रम आदित्य ने 57 BC विच, 57 ईसा पूर्व विच विक्रम संवत जो कि अज के टाइम विच पंजाब का राज कैलेंडर, स्टेट कैलेंडर बनया होया, इसकी शुरुआत की सी। क्लीयर? साकाज का जो सब तो फेमस रूलर होया वो होया जी रुद्ररमन पहला। रुद्ररमन 1 वाज द फेमस साका रूलर।
रुद्रमन पहले ਦੇ ਬਾਰੇ ਉਸ ਦੀਆਂ ਅਚੀਵਮੈਂਟਸ, ਉਸ ਦੀਆਂ ਪ੍ਰਾਪਤੀਆਂ ਬਾਰੇ ਜੋ ਆਪਾਂ ਨੂੰ ਸਾਰੀ ਜਾਣਕਾਰੀ ਮਿਲਦੀ ਹੈ ਉਹ ਇੱਕ ਸ਼ਿਲਾਲੇਖ ਦੇ ਵਿੱਚੋਂ ਮਿਲਦੀ ਹੈ। ਉਸ ਸ਼ਿਲਾਲੇਖ ਦਾ ਨਾਮ ਕੀ ਹੈ? ਜੂਨਾਗੜ੍ਹ ਇਨਸਕ੍ਰਿਪਸ਼ਨ। ਜੂਨਾਗੜ੍ਹ ਇਨਸਕ੍ਰਿਪਸ਼ਨ ਜਾਂ ਜੂਨਾਗੜ੍ਹ ਸ਼ਿਲਾਲੇਖ ਦੇ ਵਿੱਚੋਂ ਸਾਰੀ ਇਨਫੋਰਮੇਸ਼ਨ, ਸਾਰੀ ਪ੍ਰਾਪਤੀਆਂ ਦੇ ਬਾਰੇ ਪਤਾ ਲੱਗਦਾ ਹੈ ਕਿ ਕੀ ਕੀਤਾ ਸੀ रुद्रमन पहले ने अपने टाइम ਦੇ ਵਿੱਚ। ਇਹ ਜੂਨਾਗੜ੍ਹ ਇਨਸਕ੍ਰਿਪਸ਼ਨ, ਇਹ ਸ਼ਿਲਾਲੇਖ ਇਸ ਲਈ ਵੀ ਇੰਪੋਰਟੈਂਟ ਹੈ ਕਿਉਂਕਿ ਇਹ ਪਹਿਲਾ ਐਸਾ ਸ਼ਿਲਾਲੇਖ ਅਸੀਂ ਲੱਭਿਆ ਹੈ ਜੋ ਕਿ ਸੰਸਕ੍ਰਿਤ ਦੇ ਵਿੱਚ ਲਿਖਿਆ ਗਿਆ ਸੀ, ਤਾਂ ਇਸ ਨੂੰ ਸੰਸਕ੍ਰਿਤ ਵਿੱਚ ਲਿਖਿਆ ਹੋਇਆ ਸੀਗਾ। ਇਸ ਸ਼ਿਲਾਲੇਖ ਦੇ ਵਿੱਚੋਂ ਹੀ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ ਪੂਰੀ ਇੱਕ ਝੀਲ ਦੇ ਬਾਰੇ ਜਿਸ ਨੂੰ ਕਹਿੰਦੇ ਨੇ ਸੁਦਰਸ਼ਨ ਲੇਕ। ਸੁਦਰਸ਼ਨ ਝੀਲ ਦੇ ਬਾਰੇ ਪੂਰੀ ਜਾਣਕਾਰੀ ਸਾਨੂੰ ਜੂਨਾਗੜ੍ਹ ਸ਼ਿਲਾਲੇਖ ਦੇ ਵਿੱਚੋਂ ਹੀ ਮਿਲਦੀ ਹੈ। ਮੰਨਿਆ ਜਾਂਦਾ ਹੈ ਕਿ ਜੋ ਸੁਦਰਸ਼ਨ ਲੇਖ ਹੈ ਇਸ ਨੂੰ ਚੰਦਰਗੁਪਤ ਮੌਰਿਆ ਦੇ ਗਵਰਨਰ ਪੁਸ਼ਯ ਗੁਪਤਾ ਵੱਲੋਂ ਬਣਾਇਆ ਗਿਆ ਸੀ। ਤਾਂ ਜੋ ਆਪਣੀ ਸੁਦਰਸ਼ਨ ਲੇਖ ਹੈ ਇਸ ਦਾ ਨਿਰਮਾਤਾ ਕੌਣ ਸੀ? ਇਸ ਦਾ ਠੀਕ ਹੈ ਜੀ ਫਾਊਂਡਰ ਕੌਣ ਸੀ? ਪੁਸ਼ਯ ਗੁਪਤਾ, ਹੂ ਵਾਜ਼ ਦਾ ਗਵਰਨਰ ਆਫ ਚੰਦਰਗੁਪਤ ਮੌਰਿਆ। ਗੁਪਤਾ ਵੰਸ਼ ਦੇ ਵਿੱਚ ਇੱਕ ਰਾਜਾ ਹੋਇਆ ਸਕੰਦ ਗੁਪਤਾ। ਸਕੰਦ ਗੁਪਤਾ ਨੇ ਇਸ ਲੇਕ ਨੂੰ, ਇਸ ਸੁਦਰਸ਼ਨ ਲੇਕ ਨੂੰ ਕੀ ਕੀਤਾ ਸੀ? ਰਿਪੇਅਰ ਕੀਤਾ ਸੀ, ਜਿਸ ਦੀ ਜਾਣਕਾਰੀ ਸਾਨੂੰ ਮਿਲਦੀ ਹੈ ਜੀ ਅੱਗੇ ਜਾ ਕੇ। ਤਾਂ ਜੂਨਾਗੜ੍ਹ ਇਨਸਕ੍ਰਿਪਸ਼ਨ ਦੇ ਵਿੱਚ ਜਾਣਕਾਰੀ ਮਿਲਦੀ ਹੈ ਕਿ ਸੁਦਰਸ਼ਨ ਲੇਕ ਨੂੰ रुद्रमन पहले ने रिपेयर करवाया सी, ठीक करवाया सी, जिस नूं कि मौर्य वंश के टाइम पुष्य गुप्ता वालों बनाया गया सी। रुद्रमन पहले तो बाद इस नूं दुबारे इसकी रिपेयर करवाई गई स्कंद गुप्ता की, जो कि गुप्ता वंश के विच होया। यह गुप्ता वंश के टाइम होया सीगा जी, ठीक है जी, गुप्ता डायनेस्टी के वक्त होया सीगा स्कंद गुप्ता। अगे पढ़ांगे गुप्ता दे विच। साकास तो बाद आए जी पार्थियान्स। पार्थियंस मेनली ईरान ਦੇ ਵਿੱਚ ਰਹਿੰਦੇ ਸੀ। इन कंपैरिजन टू ग्रीक्स एंड साकाज they occupied only a small portion in north west India in the 1st century। ਮੂਲ ਰੂਪ ਵਿੱਚ ਇਹ ਈਰਾਨ ਵਿੱਚ ਰਹਿੰਦੇ ਸੀ। ਯੂਨਾਨੀਆਂ ਤੇ ਸਾਕਾ ਦੀ ਤੁਲਨਾ ਵਿੱਚ ਇਹਨਾਂ ਨੇ ਉੱਤਰ ਪੱਛਮੀ ਭਾਰਤ ਵਿੱਚ ਦੇ ਸਿਰਫ ਇੱਕ ਛੋਟੇ ਜਿਹੇ ਹਿੱਸੇ ਉੱਪਰ ਕੀ ਕਰਿਆ ਸੀਗਾ ਜੀ? ਕਬਜ਼ਾ ਕੀਤਾ ਸੀ। ਤਾਂ ਇਹਨਾਂ ਨੇ ਕੋਈ ਬਾਹਲਾ ਵੱਡਾ ਏਰੀਆ ਨਹੀਂ ਕਵਰ ਕੀਤਾ, ਇਹਨਾਂ ਨੇ ਬਹੁਤ ਛੋਟਾ ਜਿਹਾ ਏਰੀਆ ਕਵਰ ਕੀਤਾ ਉੱਤਰ ਪੱਛਮੀ ਭਾਰਤ ਦਾ। ਇਹਨਾਂ ਦੇ ਜੋ ਫੇਮਸ ਰਾਜਾ ਸੀ, ਮਸ਼ਹੂਰ ਰਾਜਾ ਸੀ, ਉਹ ਕੌਣ ਸੀਗਾ ਜੀ? ਗੋਂਡੋਫੈਰੋਨਸ। ਗੋਂਡੋਫੈਰੋਨਸ ਇਹਨਾਂ ਦਾ ਫੇਮਸ ਰਾਜਾ ਸੀ, ਮਸ਼ਹੂਰ ਰਾਜਾ ਸੀ। ਇਸ ਦੇ ਰਾਜ ਦੇ ਵਕਤ ਹੀ ਸੈਂਟ ਥੋਮਸ ਇੱਕ ਈਸਾਈ ਧਰਮ ਦਾ ਅਨੁਆਈ ਭਾਰਤ ਆਇਆ ਸੀ। ਕਿਸ ਦੇ ਲਈ? ਈਸਾਈ ਧਰਮ ਦੇ ਪ੍ਰਚਾਰ ਦੇ ਲਈ, ਫॉर द प्रोपेगेशन ऑफ क्रिश्चियनिटी। ਤਾਂ ਸੈਂਟ ਥੋਮਸ ਇੱਕ ਈਸਾਈ ਅਨੁਆਈ ਭਾਰਤ ਵਿੱਚ ਈਸਾਈ ਧਰਮ ਦਾ ਪ੍ਰਚਾਰ ਕਰਨ ਆਇਆ ਪਾਰਥੀਆਨਸ ਦੇ ਰਾਜਾ ਗੋਂਡੋਫੈਰੋਨਸ ਦੇ ਵਕਤ। ਪਾਰਥੀਆਨਸ ਤੋਂ ਬਾਅਦ ਆਈ ਜੀ ਕੁਸ਼ਾਨਸ। ਇਹ ਸਭ ਤੋਂ ਇੰਪੋਰਟੈਂਟ ਨੇ। ਕੁਸ਼ਾਨਸ ਮੇਨਲੀ ਚਾਈਨਾ ਦੇ ਨੇੜੇ ਤੋਂ ਉੱਠ ਕੇ ਆਏ ਸੀਗੇ ਜੀ, ਨਾਰਥ ਸੈਂਟਰਲ ਏਸ਼ੀਆ ਦੇ ਵਿੱਚੋਂ, ਉੱਤਰ ਕੇਂਦਰੀ ਜਾਂ ਉੱਤਰੀ ਮੱਧ ਏਸ਼ੀਆ ਦੇ ਵਿੱਚੋਂ ਉੱਠ ਕੇ ਆਏ ਸੀਗੇ। ਕੁਸ਼ਾਨਸ ਜੋ ਚੀਨ ਦੇ ਨੇੜੇ ਹੀ ਪੈਂਦਾ ਹੈ। ਇਹਨਾਂ ਨੇ ਬਹੁਤ ਸਾਰਾ ਵਧੀਆ ਏਰੀਆ ਆਪਦੇ ਰਾਜ ਦੇ ਵਿੱਚ ਮਿਲਾਇਆ, ਜਿਹਦੇ ਵਿੱਚ ਸੈਂਟਰਲ ਏਸ਼ੀਆ, ਮੱਧ ਏਸ਼ੀਆ ਆਉਂਦਾ ਜੀ। ਇਹਦੇ ਵਿੱਚ ਪੋਰਸ਼ਨ ਆਫ ਈਰਾਨ ਦਾ ਇਲਾਕਾ ਆ ਗਿਆ, ਅਫਗਾਨਿਸਤਾਨ ਦਾ ਇਲਾਕਾ ਆ ਗਿਆ, ਪਾਕਿਸਤਾਨ ਦਾ ਇਲਾਕਾ ਆ ਗਿਆ ਅਤੇ ਆਲਮੋਸਟ ਸਾਰਾ ਹੀ ਉੱਤਰੀ ਭਾਰਤ ਆ ਗਿਆ। ਤਾਂ ਇੰਨਾ ਵੱਡਾ ਏਰੀਆ ਕੁਸ਼ਾਨਸ ਨੇ ਆਪਣੇ ਏਰੀਆ ਦੇ ਵਿੱਚ, ਆਪਣੇ ਰਾਜ ਦੇ ਵਿੱਚ ਮਿਲਾ ਲਿਆ ਸੀ। ਕੁਸ਼ਾਨਸ ਦੀ ਸ਼ੁਰੂਆਤ, ਕੁਸ਼ਾਨ ਵੰਸ਼ ਦੀ ਜੋ ਸ਼ੁਰੂਆਤ ਕੀਤੀ ਗਈ ਉਹ ਕੀਤੀ ਗਈ ਜੀ ਕੁਜਲ ਕਡਫਿਸਿਸ ਵੱਲੋਂ। ਕੁਜਲ ਕੈਡਫਿਸਿਸ ਦੇ ਦੁਆਰਾ ਇਸ ਦੀ ਸ਼ੁਰੂਆਤ ਕੀਤੀ ਗਈ। ਕੁਜਲ ਕੈਡਫਿਸਿਸ ਤੋਂ ਬਾਅਦ ਜੋ ਅਗਲਾ ਰਾਜਾ ਬਣਿਆ ਉਹ ਬਣਿਆ ਵਿਮ ਕੈਡਫਿਸਿਸ। ਵਿਮ ਕੈਡਫਿਸਿਸ ਇਸ ਤੋਂ ਬਾਅਦ ਅਗਲਾ ਰਾਜਾ ਬਣਦਾ ਹੈ ਅਤੇ ਇਸ ਨੇ ਆਪਦੇ ਟਾਈਮ ਬਹੁਤ ਜ਼ਿਆਦਾ ਸੰਖਿਆ ਦੇ ਵਿੱਚ ਸੋਨੇ ਦੇ ਸਿੱਕੇ ਚਲਾਏ। ਪਰ ਇਹ ਰਾਜੇ ਇੰਨੇ ਇੰਪੋਰਟੈਂਟ ਨਹੀਂ, ਕਿਉਂਕਿ ਇਹਨਾਂ ਸਭ ਤੋਂ ਜ਼ਿਆਦਾ ਇੰਪੋਰਟੈਂਟ ਰਾਜਾ ਜੋ ਆਪਣੇ ਪੇਪਰ ਦੇ ਪੁਆਇੰਟ ਆਫ ਵਿਊ ਨਾਲ ਉਹ ਹੈ ਕਨਿਸ਼ਕ। ਕਨਿਸ਼ਕ ਵਾਜ਼ ਦੇਅਰ ਫੇਮਸ ਕਿੰਗ। ਕਨਿਸ਼ਕ ਇਸ ਵੰਸ਼ ਦਾ ਮਸ਼ਹੂਰ ਰਾਜਾ ਸੀ। ਇਸ ਦੀਆਂ ਦੋ ਰਾਜਧਾਨੀਆਂ ਸੀ। ਹੀ ਹੈਡ 2 ਕੈਪੀਟਲਸ, ਫਸਟ ਐਟ ਪਾਟਲੀਪੁੱਤਰ ਐਂਡ ਸੈਕਿੰਡ ਐਟ ਮਥੁਰਾ। ਪਹਿਲੀ ਪਾਟਲੀਪੁੱਤਰ ਪਟਨਾ ਦੇ ਵਿੱਚ ਸੀ ਅਤੇ ਦੂਜੀ ਮਥੁਰਾ ਦੇ ਵਿੱਚ ਸੀ। ਇਸ ਨੇ ਆਪਣੇ ਦਰਬਾਰ ਦੇ ਵਿੱਚ ਬਹੁਤ ਸਾਰੇ ਵਿਅਕਤੀਆਂ ਨੂੰ ਸਰਪ੍ਰਸਤੀ ਦਿੱਤੀ, ਜਿਨ੍ਹਾਂ ਵਿੱਚੋਂ ਸਭ ਤੋਂ ਫੇਮਸ ਹੈਗੇ ਨੇ ਅਸ਼ਵਗੋਸ਼ਾ। ਪਹਿਲੇ ਮੋਸਟ ਇੰਪੋਰਟੈਂਟ ਅਸ਼ਵਗੋਸ਼ਾ ਨੇ ਇੱਕ ਬੁੱਕ ਲਿਖੀ ਸੀ, ਇੱਕ ਕਿਤਾਬ ਲਿਖੀ ਸੀ ਜਿਸ ਨੂੰ ਕਹਿੰਦੇ ਨੇ ਬੁੱਧ ਚਰਿੱਤਰ। ਤਾਂ ਬੁੱਧ ਚਰਿੱਤਰ ਲਿਖਣ ਵਾਲਾ ਪਰਸਨ ਕੌਣ ਸੀ? ਅਸ਼ਵਗੋਸ਼ਾ। ਇਸ ਨੂੰ ਕੀ ਕਿਹਾ ਜਾਂਦਾ ਹੈ? ਬੁੱਧ ਚਰਿੱਤਰ ਹੈ ਜੀ ਬਾਇਓਗ੍ਰਾਫੀ ਆਫ ਮਹਾਤਮਾ ਬੁੱਧ।
महात्मा बुद्ध की जीवनी है जी बुद्ध चरित्र, तो किसने लिखी सी? अश्वघोषा ने लिखी सी। इसनूं बुद्ध धर्म की रमायण भी कहा जाता है। तो बुद्ध चरित्रा नूं बुद्ध धर्म की रमायण के नाम नाल जाणिया जाता है। यह बुद्ध धर्म महात्मा बुद्ध की जीवनी सी ते किस द्वारा लिखी गई? अश्वघोषा के द्वारा लिखी गई। अगला राजा सीगा अपना अगला परसन सीगा नागा अर्जुन। राजा नहीं, परसन। जिहड़ा परसन कनिष्क ने आपदे दरबार दे विच पैट्रोनाइज किया, सरप्रस्त किया। उहदे विचों पहला सीगा अश्वघोष, सैकेंड है नागार्जुन। नागार्जुन ने एक बुक लिखी सी मध्यमिक। इसने एक बुक लिखी मध्यमिक, ते इन दिस बुक नागार्जुन हिंट्स एट द कंसैप्ट ऑफ रिलेटिविटी। ठीक है जी। इसने सापेक्षता की धारणा वाल संकेत किया सी। द कंसैप्ट ऑफ रिलेटिविटी देने वाला सब तो पहला परसन कौन सी? नागा अर्जुन सी। इस करके इसनूं कंसीडर किया जाता है इंडियन आइनस्टाइन के नाम नाल। तो इंडिया का आइनस्टाइन किसनूं कहा जाता है? नागा अर्जुन नूं कहा जाता है। भारतीय आइनस्टाइन मन्निया जाता है जी नागा अर्जुन नूं। ते यह किस दे दरबार विच हुंदा सी? राजा कनिष्क के दरबार विच हुंदा सी। क्लीयर? कनिष्क सब तो इंपोर्टेंट राजा। इस दियां दो राजधानियां सी, पाटलीपुत्र ते मथुरा। इसने काफ़ी परसन आपदे राज दरबार दे विच पैट्रोनाइज्ड किए, सरप्रस्त किए, जिन्हां विच सब तो पहला सी अश्वघोषा। उसने बुद्ध चरित्र लिखी। दूसरा सी नागा अर्जुन, इसने मध्यमिक नाम की किताब लिखी। अगला परसन सी वाशुमित्रा। वाशुमित्रा कौन सी? यह 4th बुद्धिस्ट कौंसल का चेयरमैन सी। तो अपने बुद्ध धर्म पढ़िया, उस विच मैं तुहानूं दस्सिया सी कि 4 बुद्ध कौंसलां होईयां। उन्हां विचों जिहड़ी चौथी बुद्ध कौंसल है किस दे टाइम हुई सी? कनिष्क के टाइम हुई सी। कनिष्क के टाइम करवाई गई सी। कित्थे कराई सी? कश्मीर दे विच। कश्मीर दे विच कनिष्क ने करवाई सी। टाइम की सीगा 78 AD। तो उस चौथी बुद्धिस्ट कौंसल का जिहड़ा चेयरमैन बनिया वो कौन सी? वाशुमित्रा सी। उस तो बाद अगला परसन सीगा चरक। इसने एक बुक लिखी ससरुता। इसने ससरुता नाम की एक बुक लिखी सी। तो यह कनिष्क के दरबार दे विच एक फिजिशियन सीगा, एक डॉक्टर सीगा। कनिष्क ही वो राजा सी इतिहास का जिसने सिल्क रूट के उपर की लाया सी? टैक्स लाया सी। सिल्क रूट वो रास्ता सीगा जिस दे थ्रू चीन सारे ही वर्ल्ड दे विच सिल्क का व्यापार करता सी। क्योंकि सिल्क दी जो सब तो पहली खोज है, सिल्क नूं जो सब तो पहला शुरुआत करी गई वो कित्थे शुरू हुई? चीन दे विच, चाइना दे विच हुई। तो चीन दुनिया तो यह राज लुको के रखता सी कि सिल्क किवें बनदा, कित्थों बनदा। तो यह चीन तो ही सारा की हुंदा सीगा, इंपोर्ट हुंदा सीगा पूरे वर्ल्ड दे विच। तो जिस रस्ते तो चीन यह सिल्क बेचदा सी पूरे दुनिया नूं, ओह रस्ता कनिष्क दे राज दे विचों हो के लंघदा सी। तां करके कनिष्क ने यह गल मूहरे रखती कि अगर इस रस्ते तो लंघना तो मैनू टैक्स भरना पऊ। इस करके उसने सिल्क रूट के उपर की कर लिया सी? कंट्रोल करिया सी। तो इतिहास का पहला राजा जिसने सिल्क रूट नूं अपने कंट्रोल दे विच ले लिया सी। कनिष्क नूं दो महत्वपूर्ण कारणों करके इतिहास विच जाणिया जांदा। पहला की सीगा जिहड़ी उरी दस्सी सानूं 78 ईस्वी दे विच इसने साका सामत या साका ईरा एक ऐसा युग शुरू किया। ठीक है जी, साका ईरा। क्योंकि उरे कनिष्क ने चौथी बुद्धिस्ट कौंसल कराई थी 78 AD विच। ते साका महात्मा बुद्ध के वंश का, महात्मा बुद्ध के कलैन का, कबीले का नाम सी। ठीक है, तो साका महात्मा बुद्ध के कबीले के नाम से साका सामत या साका ईरा इसकी शुरुआत की गई कनिष्क के द्वारा। तो जो कि अज भारत सरकार द्वारा वरत्या जाता। किस दे लई? साका सामत अज भारत का राष्ट्रीय कैलेंडर है, नैशनल कैलेंडर है। तो भारत के नैशनल कैलेंडर का नाम की है जी? राष्ट्रीय कैलेंडर का नाम की है? भारत के राष्ट्रीय कैलेंडर का नाम साका ईरा है। तो भारत का राष्ट्रीय कैलेंडर है जी साका ईरा। तो भारत के राष्ट्रीय कैलेंडर की शुरुआत कदों हुई? 78 AD दे विच। किसने की? कनिष्क ने की। नाम की है भारत के राष्ट्रीय कैलेंडर का? साका ईरा। तो किस धर्म नाल संबंधित है जी? ये बुद्ध धर्म नाल संबंधित है, बुद्धिज्म के नाल संबंधित है, बुद्ध धर्म के नाल ये संबंधित है। क्लीयर बच्चों? तो पहला काम तो यह होया, पहला काम तो यह हो गया जी कि इसने चौथी बुद्धिस्ट कौंसल कराई सी 78 AD विच ते एक युग की शुरुआत की साका सामत, जिसनों भारत सरकार ने की किया राष्ट्रीय कैलेंडर के तौर पर वरत्या। उस तो बाद कनिष्क के वक्त ही
कनिष्क के वक्त ही गंधार स्कूल ऑफ आर्ट इसनूं की किया गया, शाही सरपरस्ती दी गई। तो गंधार स्कूल ऑफ आर्ट नूं भी शाही सरपरस्ती दी गई कनिष्क द्वारा, ठीक है जी, कुशांश के द्वारा। तो इन्हां दो कल्लां लिए जाणिया जांदा। 78 ਦੇ साका ईरा चलाउण लई, चौथी बुद्धिस्ट कौंसल कराउण लई ते गंधार स्कूल ऑफ आर्ट नूं की देण लई सरपरस्ती प्रवान करन दे लई। हुण देखो जी, जो केंद्र एशिया दे नाल संपर्क सीगे भारत दे, उन्हां दे की प्रभाव के इंपैक्ट ऑफ सैंट्रल एशियन कॉन्टैक्ट। सब तो पहला इंट्रोड्यूस होए यूज़ ऑफ बर्नट ब्रिक्स फॉर फ्लोरिंग, ठीक है जी। जलियां होईयां इट्टां दी नूं पेश किया गया। पहलां यह जलियां होईयां इट्टां सिंधु घाटी सभ्यता विच वरतियां जांदियां सी, उस तो बाद इस नूं दुबारे भारत लिआंदा गया। तो हुण भारतीयां दे जो छत वगैरह सीगियां, ठीक है, जो थल्ले फर्श वगैरह सी वो इन्हां इट्टां दे ही लगदे सी। इंडिया विच बहुत वड्डे पैमाने दे उत्ते घोड़सवारी की शुरुआत हुई, ठीक है, क्योंकि इंडो ग्रीक सीगे जो घोड़ियां उत्ते ही रहिंदे सन, इन्हां कोल रथ वगैरह हुंदे सन, तो ये सब चीज़ां होईयां। शाकास ते कुशाण दे करके ही भारत विच दस्तार, टर्बनस, ट्यूनिक, ट्राउज़र, हैवी लॉन्ग कोट, ये सारे कुछ आए। यही सीगे जो भारत कैप, हैलमेट, बूट वगैरह लैके आए, ठीक है, पिछे ही पढ़िया। सैंट्रल एशिया तो ही आया है सारा कुछ। अगर धार्मिक पक्ष तो देखिए तो एक यूनानी अंबैसडर, एक यूनानी राजदूत हैलियोड्रोस ने एक पिलर की स्थापना की सी। किस दे ऑनर दे विच? इन द ऑनर ऑफ कुशाण रूलर, एक कुशाण राजा वासुदेव, उस दे ऑनर दे विच मध्य प्रदेश दे विच विदिशा नाम की जगह के उत्ते ग्रीक अंबैसडर हैलियोड्रोटस ने, ठीक है जी, एक पिलर, एक थंब की स्थापना की सी। कुशाण अंपायर गिव राइज टू सैवरल स्कूल ऑफ आर्ट्स लाइक सेंट्रल एशियन, गंधार एंड मथुरा स्कूल ऑफ आर्ट, गंधार स्कूल ऑफ आर्ट, सेंट्रल एशियन स्कूल ऑफ आर्ट, सारे ही कुशाणस दे वक्त ही की होए नेगे जी, बदे फुले ने। उन्हां दे टाइम ही इन्हां दे विच की होई है जी, अपनी प्रमोशन हुई एक तरीके नाल, डिवेलपमेंट हुई है। इन द पोस्ट मौर्यन पीरियड मैक्सीमम फॉरनर्स वर इंडियनाइज्ड। मौर्या तो बाद दे दौर विच वध तो वध विदेशी की बन गए, भारती बने, भारत दे विच आके सैटल होण लग गए। इन्हां दे टाइम ही एक माड़ी चीज़ हुई, चाइल्ड मैरिज भी स्टार्ट होंदी है जी कुशाणस दे वक्त ही इंडिया विच। इस तो पहलां साडी चाइल्ड मैरिज नहीं हुंदी सी, चाइल्ड मैरिज कुशाणस दे वक्त ही इंडिया विच शुरू हुई। मथुरा दे विच एक मोस्ट ब्यूटीफुल इमेज बनाई गई बुद्ध दी, बट इज़ आल्सो फेमस फॉर द हैडलैस इरैक्ट स्टैचू ऑफ कनिष्क। पर यह एक कनिष्क की सिर तो बिना वाली मूर्ति लई भी मशहूर है। तो ये सारा कुछ होया सीगा जी, ठीक है जी। सैंट्रल एशिया के वक्त अलग अलग वंशा ने राज किया। इंडो ग्रीक आए, शाकाज आए, पार्थियंस आए, कुशाणस आए। तो यह जोड़ा टॉपिक है ये पेपर के पॉइंट ऑफ व्यू नाल, ठीक है, जिहड़े मैं तुहानूं गल्लां दस्सियां ने, स्टार मार्क कीते ने, उही गल्लां सारियां पेपर के पॉइंट ऑफ व्यू नाल इंपॉर्टेंट ने। बाकी तुसीं सारा सिर्फ एक बार समझिओ, ठीक है, एक बार दोबारा चैक करिओ, सारा देखिओ, समझ आया तो वैल एंड गुड है जी। अगर कोई भी डाउट है तो तुसीं कमेंट बॉक्स 'च लिख सकते हो, मैं तुहाडा डाउट क्लीयर करूँगा, जां दित्ते गए नंबरस दे उत्ते मैसेज या कॉल करके भी पुछ सकते हो। तो मिलते हैं नैक्सट लैक्चर दे विच, तद तक रब राखा, अपना ध्यान रखियो जी, तो वीडियो देखने लिए अपना समा देने लिए थैंक्स जी।